ਸਾਰਾ ਦਿਨ ਆਰਮੀ ਦੇ ਖਿਲਾਫ ਭੌਂਕਦਾ ਰਹਿੰਦਾ ਹੈ। ਕੀ ਆਹੋ ਹਾਂਜੀ। ਅੱਜ ਮੈਂ ਇੱਕ ਵੀਡੀਓ ਵੇਖ ਰਿਹਾ ਸੀ, ਉੱਥੇ ਆਰਮੀ ਚੀਫ ਸਾਹਿਬ ਗਏ ਹੋਏ ਨੇ ਨਾ ਅਮਰੀਕਾ, ਤੇ ਉੱਥੇ ਕਿਸੇ ਕੁੱਤੇ ਦੇ ਬੱਚੇ ਨੇ ਬਣਾਈ ਹੋਈ ਹੈ ਵੀਡੀਓ। ਉਹ ਗਾਲਾਂ ਕੱਢ ਰਿਹਾ ਸੀ ਆਰਮੀ ਚੀਫ ਨੂੰ, ਤੇ ਹੈ ਪਾਕਿਸਤਾਨੀ ਸੀ, ਤੇ ਉਹ ਗਾਲਾਂ ਕੱਢ ਰਿਹਾ ਸੀ, ਨਾਲੇ ਨਾਅਰੇ ਮਾਰ ਰਿਹਾ ਸੀ ਵੀ ਪਾਕਿਸਤਾਨ ਦੇ ਵਿੱਚ ਆਵਾਮ ਨੂੰ ਪਾਵਰ ਚਾਉਣ ਦਿਓ, ਡਿਕਟੇਟਰਸ਼ਿਪ ਬੰਦ ਕਰੋ, ਆਵਾਮ ਨੂੰ ਕਿਹੜੇ ਕੁੱਤੇ ਦੇ ਬੱਚੇ ਤੁਸੀਂ ਆਵਾਮੀ ਪਾਵਰ ਚਾਹੁੰਦੇ ਹੋ? ਇਹ ਨਹੀਂ ਮੈਨੂੰ ਸਮਝ ਆਉਂਦੀ। ਆਵਾਮ ਨੂੰ ਪਾਵਰ ਜਦੋਂ ਤੁਸੀਂ ਲਿਆਉਣਾ ਵੇ ਤੇ ਤੁਹਾਡੇ ਹੱਥ ਦੇ ਵਿੱਚ ਵੋਟ ਦਾ ਹੱਕ ਆ, ਤੁਸੀਂ ਜਿਹਨੂੰ ਲਿਆਉਣਾ ਚਾਹੁੰਦੇ ਹੋ ਲਿਆਓ, ਦਿਓ, ਪਾਓ ਵੋਟ ਤੇ ਲੈ ਆਓ ਜਿਹਨੂੰ ਲਿਆਉਣਾ ਚਾਹੁੰਦੇ ਹੋ। ਅੱਛਾ, ਥੱਲੇ ਆਪਣੀ ਇੱਕ ਸਿਸਟਰ ਜਿਹੜੀ ਬੈਠੀ ਹੈ ਨਾ ਜ਼ਿਆ ਭਾਈ, ਐਸੇ ਚਵਲ ਤੇ ਬਗੈਰਤ ਲੋਕ ਨੇ, ਇਹਨਾਂ ਦੇ ਨਾਂ ਦੀ ਵੀ ਆਈਡੀ ਬਣਾਈ ਹੈ ਜੈਲੀ। ਆਹੋ ਇੰਝ ਹੀ ਹੈਗਾ ਨਾ, ਦੁਸ਼ਮਣਾਂ ਨੂੰ ਪਛਾਣਨਾ ਸ਼ੁਰੂ ਕਰ ਦਿਓ। ਦੁਸ਼ਮਣ ਜਿਹੜਾ ਵੇ ਉਹਦੇ ਹਜ਼ਾਰ ਰੰਗ ਨੇ ਤੇ ਹਜ਼ਾਰ ਤਰੀਕੇ ਨੇ, ਉਹ ਹਰ ਮੌਕੇ ਤੇ ਹਰ ਰੰਗ ਦੇ ਵਿੱਚ ਹਰ ਤਰੀਕੇ ਦੇ ਨਾਲ ਤੁਹਾਨੂੰ ਦੱਸੇਗਾ। ਇਹ ਜੋ ਸੋਸ਼ਲ ਮੀਡੀਆ ਤੇ ਜੋ ਟਿਕਟੋਕ ਤੇ ਕਰ ਰਹੇ ਨੇ ਮਰਜ਼ਈ, ਇਹ ਕੀ ਕਰ ਰਹੇ ਨੇ? ਕੋਈ ਇੱਕ ਮਰਜ਼ਈ ਤੁਹਾਨੂੰ ਨਹੀਂ ਮਿਲੇਗਾ ਜਿਹੜਾ ਪਾਕਿਸਤਾਨ ਦਾ ਹਾਮੀ ਹੋਏ। ਇੱਥੇ ਇੰਡੀਆ ਦੇ ਨਾਲ ਖਲੋਤੇ ਵੀ ਅਖੰਡ ਭਾਰਤ ਦੇ ਹਾਮੀ ਨੇ। ਇਹਨਾਂ ਦਾ ਖਲੀਫਾ ਕਹਿ ਗਿਆ ਕਿ ਇਸ ਤਰ੍ਹਾਂ ਦੁਬਾਰਾ ਇਕੱਠਾ ਹੋ ਜਾਣਾ ਇੰਡੀਆ ਨੇ ਤੇ ਪਾਕਿਸਤਾਨ, ਤੇ ਇਹਨਾਂ ਦਾ ਤਾਂ ਮਜ਼ਹਬੀ ਇੱਕ ਅਕੀਦਾ ਵਾ, ਜਿਸ ਤਰੀਕੇ ਯਹੂਦੀਆਂ ਦਾ ਮਜ਼ਹਬੀ ਅਕੀਦਾ ਵਾ ਗ੍ਰੇਟਰ ਇਸਰਾਈਲ ਦਾ, ਇਹ ਉਹਨਾਂ ਦਾ ਮਜ਼ਹਬੀ ਕਨਸੈਪਟ ਆ। ਇਸੇ ਤਰੀਕੇ ਇਹ ਇਹਨਾਂ ਦਾ ਮਰਜ਼ਈਆਂ ਦਾ ਮਜ਼ਹਬੀ ਕਨਸੈਪਟ ਹੈ ਜਾਂ ਗ੍ਰੇਟਰ ਹਿੰਦੁਸਤਾਨ ਦਾ। ਅਖੰਡ ਭਾਰਤ ਦੇ ਹਾਮੀ ਨੇ ਸਾਰੇ ਮਰਜ਼ੋਟੇ। ਤੁਹਾਨੂੰ ਇਹ ਕਿਦੋਂ ਪਾਕਿਸਤਾਨ ਦੇ ਖੈਰ ਖਾ ਹੋ ਸਕਦੇ? ਤਾਂ ਹੀ ਸਾਰਾ ਦਿਨ ਭੌਂਕਦੇ ਨੇ ਪਾਕਿਸਤਾਨ 24 ਘੰਟੇ। ਜਦ ਪਾਕਿਸਤਾਨ ਤੇ ਭੌਂਕਣਗੇ ਜਿਹੜੇ ਮਰਜ਼ੀ ਮੁਲਕ 'ਚ ਬੈਠੇ ਨੇ, ਜੋ ਦੁਨੀਆ ਜਹਾਨ ਦੀ ਗੱਲ ਹੋਏਗੀ ਇਹਨਾਂ ਨੇ ਘੁਮਾ ਕੇ ਪਾਕਿਸਤਾਨ ਤੇ ਆ ਕੇ ਮੁਕਾਣੀ ਹੈ ਕਿ ਪਾਕਿਸਤਾਨ ਠੀਕ ਨਹੀਂ ਹੈ। ਫੀਲਡ ਮਾਰਸ਼ਲ ਬਣਨੇ ਤੋਂ ਬਾਅਦ ਲੋਕਾਂ ਨੇ ਕਿੰਨਾ ਸ਼ੋਰ ਸ਼ਰਾਬਾ ਕੀਤਾ ਹੈ, ਲੇਕਿਨ ਹੁਣ ਉਹਨਾਂ ਨੂੰ ਪਤਾ, ਜਿਹੜਾ ਅਕਲ ਵਾਲਾ ਉਹਨੂੰ ਹੁਣ ਦੇਖੋ ਨਾ ਜੋ ਹਾਲਾਤ ਬਣੇ ਨੇ। ਹਾਂਜੀ, ਤੇ ਸਿੰਗਲ ਪਾਵਰ ਜਿਹੜੀ ਪਿਛਲੀ ਪਾਵਰ ਹੈ ਉਹਨੂੰ ਲਗਾਤਾਰ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਪਾਵਰ ਤਬਦੀਲ ਹੁੰਦੇ, ਪਾਲਿਸੀ ਵੀ ਤਬਦੀਲ ਹੋ ਸਕਦੀ। ਬਿਲਕੁਲ ਠੀਕ ਹੈ। ਉਹ ਬਸ ਅਸਲ 'ਚ ਆਵਾਮ ਹੈ ਨਾ, ਕੋਈ ਆ ਕੇ ਦੱਸੇ ਭਾਈ ਉਹਨੇ ਆਪਣੇ ਵਾਸਤੇ ਕੀਤਾ ਜਾਂ ਉਹਨੇ ਮੁਲਕ ਵਾਸਤੇ ਕੀਤਾ। ਹਾਂ, ਅਲ ਆਵਾਮ ਕਲ ਅਨਾਮ ਕੇ ਆਵਾਮ ਜਿਹੜੀ ਹੁੰਦੀ ਹੈ ਨਾ, ਇਹ ਜਾਨਵਰਾਂ ਤਰ੍ਹਾਂ ਹੁੰਦੀ ਹੈ। ਇਹਨਾਂ ਨੂੰ ਕੋਈ ਅਕਲ ਮਤ ਨਹੀਂ ਹੈ। ਇਹਨਾਂ ਨੂੰ ਜਿਹੜਾ ਕੋਈ ਲੋਲੀਪੋਪ ਜਿੱਧਰ ਨੂੰ ਦੇਈ ਰੱਖੇ ਉਧਰ ਹੀ ਚੜੀ ਰਹਿੰਦੇ ਆ। ਆਵਾਮ ਬਾਸ਼ਊਰ ਹੋਏ ਨਾ ਤੇ ਇੰਜ ਦੇ ਮਸਲੇ ਨਹੀਂ ਪੈਦਾ ਹੁੰਦੇ, ਘੱਟ ਪੈਦਾ ਹੁੰਦੇ ਨੇ। ਤੇ ਜਦੋਂ ਆਵਾਮ ਹੀ ਅਨਪੜ੍ਹ, ਜਾਹਲ, ਜੱਡ ਤੇ ਸ਼ਖਸੀਅਤ ਪ੍ਰਸਤੀ ਇਹਨਾਂ 'ਚ ਇੰਨੀ ਕੁੱਟ ਕੇ ਭਰੀ ਹੋਈ ਆ ਕਿ ਛੱਡ ਦਿਓ ਗੱਲਾਂ। ਥੱਲੇ ਕ੍ਰਿਸਟੋ ਸਪੋਰਟਸ ਦੀ ਵੀ ਜਾਲੀ ਆਈਡੀ ਹੈ। ਨਿਜ਼ਾਮ ਇੱਕ ਚੱਲ ਪਿਆ ਜਮਹੂਰੀਅਤ ਵਾਲਾ, ਦੀਨ ਇਸਲਾਮ ਇਹਨੂੰ ਸਪੋਰਟ ਹੀ ਨਹੀਂ ਕਰਦਾ ਇਸ ਤਰ੍ਹਾਂ ਦੇ। ਹਾਂ ਬਿਲਕੁਲ। ਨਾਲੇ ਚੱਲਿਆ ਵੀ ਹੋਏ ਤਾਂ ਇੱਕ ਬਾਸ਼ਊਰ ਤਰੀਕੇ ਨਾਲ ਕਰੋ ਨਾ। ਇੰਜ ਦੇ ਮਾਮਲਾਤ ਹੁੰਦੇ ਰਹਿੰਦੇ ਨੇ। ਤੁਸੀਂ ਹਰ ਚੀਜ਼ ਨੂੰ ਜੋ ਵੀ ਹੁੰਦਾ ਠੀਕ ਆ, ਵਿੱਚ ਸਿਆਸੀ ਅਨਸਰ ਸ਼ਾਮਲ ਹੁੰਦਾ ਵਾ, ਉਹ ਹਰ ਵਾਰੀ ਹੁੰਦਾ ਵਾ। ਜੇ ਤੁਹਾਡੀ ਹਕੂਮਤ ਆ ਜਾਏ, ਤੁਸੀਂ ਆਪਣੇ ਮੁਖਾਲਫਾਂ ਤੇ ਸਖਤੀ ਕਰਨੀ ਆ, ਕੋਈ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਦੇਣਾ, ਕੁਝ ਕਰ ਦੇਣਾ, ਉਹਨਾਂ ਦੀ ਆਈ ਉਹਨਾਂ ਨੇ ਤੁਹਾਨੂੰ ਕਰਨਾ। ਇਹ ਮਾਮਲਾ ਚੱਲਦਾ ਰਹਿੰਦਾ। ਲੇਕਿਨ ਇਹਦੀ ਆੜ ਤੇ ਇਹਦੇ ਪਿੱਛੇ ਲੈ ਕੇ ਤੁਸੀਂ ਧੱਕਣਾ ਸ਼ੁਰੂ ਕਰ ਦਿਓ ਫੌਜ ਨੂੰ ਤੇ ਪਾਕਿਸਤਾਨ ਦੇ ਸਿਕਿਉਰਿਟੀ ਅਦਾਰਿਆਂ ਨੂੰ, ਤੇ ਪਾਕਿਸਤਾਨ ਦੇ ਜਿਹੜੇ ਮੁਹਾਫਿਜ਼ ਨੇ ਉਹਨਾਂ ਨੂੰ ਵਿੱਚ ਘਸੀਟਣਾ ਸ਼ੁਰੂ ਕਰ ਦਿਓ, ਉਹਨਾਂ ਨੂੰ ਗਾਲਾਂ ਤੇ ਉਹਨਾਂ ਦੇ ਖਿਲਾਫ ਪ੍ਰੋਪੇਗੰਡਾ। ਇਹ ਸਭ ਤੋਂ ਵੱਡੀ ਬਗੈਰਤੀ ਗੱਦਾਰੀ ਇਹ ਆ। ਤੁਸੀਂ ਆਪਣਾ ਲੜੋ ਆਪਸ 'ਚ, ਸਿਆਸਤਦਾਨਾਂ ਨਾਲ ਜੋ ਹੁੰਦਾ ਪਿਆ ਕਰੋ, ਤੁਹਾਡੀ ਵਾਰੀ ਆਏਗੀ ਤੁਸੀਂ ਕਰ ਲੈਣਾ ਜੋ ਉਹਨਾਂ ਨੇ ਕੀਤਾ। ਲੇਕਿਨ ਇਹਦੀ ਆੜ ਤੇ ਜਿਹੜਾ ਭੌਂਕਣਾ ਫੌਜ ਦੇ ਖਿਲਾਫ ਤੇ ਆਰਮੀ ਦੇ ਖਿਲਾਫ, ਇਹ ਸਿੱਧੀ ਗੱਦਾਰੀ ਹੈ। ਇਹ ਤੁਹਾਡੀ ਫੌਜ ਨਾ ਹੁੰਦੀ, ਯਕੀਨ ਕਰੋ, ਸਿਆਸਤਦਾਨ ਤੁਹਾਡੇ ਕੋਈ 5 ਸਾਲ ਵੀ ਨਹੀਂ ਇਹ ਮੁਲਕ ਨੂੰ ਚਲਾ ਸਕਦੇ। ਇਹ ਫੌਜ ਹੀ ਇਸ ਮੁਲਕ ਨੂੰ ਬਚਾਇਆ ਹੋਇਆ ਵਾ, ਜਦੋਂ ਦਾ ਬਣਿਆ ਵਾ ਫੌਜ ਨੇ ਬਚਾਇਆ ਹੋਇਆ। ਤੇ ਬਚਦਾ ਹੀ ਮੁਲਕ ਉਹ ਅੱਜ ਦੀ ਫੌਜ ਤਕੜੀ ਹੋਇਆ। ਅੱਜ ਤਾਂ ਜ਼ਮਾਨਾ ਐਸਾ ਹੈਗਾ ਕਿ ਦੌਰ ਐਸੇ 'ਚ ਆ ਗਏ ਆ, ਕੋਈ ਮਜ਼ਹਬੀ ਮਸਲਾ ਨਾ ਵੀ ਹੋਏ, ਮਜ਼ਹਬੀ ਮੁਖਾਲਫਤ ਨਾ ਵੀ ਹੋਏ, ਹਮ ਅਕੀਦਾ ਵੀ ਹੋਣ, ਤਾਂ ਜਿਹੜਾ ਤਕੜਾ ਵਾ ਉਹ ਮਾੜੇ ਨੂੰ ਕਹਿੰਦਾ ਇਹਦਾ ਮੈਂ ਸਿਰ ਕੁਚਲ ਕੇ ਹੀ ਰੱਖਾਂ, ਮੇਰੇ ਥੱਲੇ ਲੱਗ ਕੇ ਰਵੇ, ਉੱਚਾ ਨਾ ਹੋਵੇ ਮੇਰੇ ਤੋਂ। ਉੱਚਾ ਹੋਣ ਦੀ ਕੋਸ਼ਿਸ਼ ਕਰਦੇ, ਕੋਈ ਸਿਰ ਤੇ ਮਾਰ ਕੇ ਥੱਲੇ ਕਰ ਦਿੰਦੇ। ਤੇ ਸਾਡਾ ਤਾਂ ਮਸਲਾ ਹੀ ਹੋ ਰਿਹਾ, ਸਾਡੀ ਤਾਂ ਪੂਰੇ ਆਲਮੇ ਕੁਫਰ ਨਾਲ ਜੰਗ ਆ। ਨਹੀਂ ਖੁਦ ਦੇਖ ਲੈਣਾ ਜਾ ਭਾਈ, ਜਿਹੜੇ ਵੀ ਮੁਲਕ ਨੇ, ਅਮਰੀਕਾ ਨੂੰ ਲੈ ਲੈਣ, ਅਮਰੀਕਾ ਆਪਣੀ ਫੌਜ ਦੀ ਵਜ੍ਹਾ ਤੋਂ ਮਜ਼ਬੂਤ ਹੈ। ਇਸਰਾਈਲ ਬਦਮਾਸ਼ੀ ਕਰਦਾ ਤੇ ਜਿਹੜੇ ਮਾਸ਼ਾਅੱਲਾ ਬੜੀ ਫੌਜ ਦੀ ਵਜ੍ਹਾ ਖਲੋਤੇ ਨੇ। ਫੌਜ
فوجاں کھلوتی ہیں وجہ تو بدماشی کرتے ہیں نا ਬਈ اور ਫੌਜ ਬੜੀ ਤਕੜੀ ਅੱਛੀ ਆ, ਕਿੱਲਾ ਗੁਫ਼ਤਗੂ ਤੁਹਾਡਾ ਹੋ ਰਹੀ ਹੈ। ਕਹਿੰਦੇ ਨਾ ਕੱਟਾ ਜਿਹੜਾ ਉਹ ਤਣਦਾ ਕਿੱਲੇ ਦੇ ਜ਼ੋਰ ਤੇ, ਕਿੱਲਾ ਤਕੜਾ ਹੋਏਗਾ ਤਾਂ ਫੇਰ ਹੀ ਤੁਹਾਡੀ ਬਚਤ ਆ ਨਾ। ਸਿਆਸਤਦਾਨਾਂ ਤੇ ਨੱਸ ਜਾਣਾ ਬਾਹਰ, ਜਦੋਂ ਇਹ ਕੋਈ ਮੌਕਾ ਇਹਨਾਂ ਨੇ ਬਾਹਰ ਨੱਸ ਜਾਣਾ, ਫਿਰ ਤੁਸੀਂ ਕੀ ਕਰਨਗੇ? ਆਪ ਗਲੇ ਨਾਲ ਲੈ ਕੇ ਲੜਨਗੇ। ਓਏ ਮੈਨੂੰ नहीं ਇਹ देखे ਦੱਸੋ, देखे ना ਕ੍ਰਿਸਟੋਫਰ जी ਵਾਲੀ ਆਈਡੀਆ ਹੀ ਆਵੇ, ਮੇਰੇ ਚੜਾਈ ਕਰੀ ਆਉਂਦਾ ਪਿਆ नहीं हमें कमेंट बात है। सुने ना कि आजकल के दौर में ना जिस बंदे के पास अपना ये परमाणु नहीं है ना परमाणु, उसको चाहिए कि वह खामोशी के साथ ना गुलामी इख्तियार कर ले किसी की। परमाणु के बगैर जो है ना आप ना अपना दीन बचा सकते हैं, ना अपनी यानी कि घर बचा सकते हैं, ना मुल्क बचा सकते, कुछ भी नहीं। जो मर्जी हो जाए जनाब, मिनट में उन्होंने कहना है कि सरेंडर करें जनाब अली, हाथ ऊपर कर लें और हमारा काम करें बगैर किसी तनहा के। तो ये जो बकवास करते हैं ना, ਟਵੀਟ ਕੀਤੀ ਹੋਈ ਸੀ ਅੱਜ ਉਹਨੇ, ਟਰੰਪ ਨੇ, ਅਨਕੰਡੀਸ਼ਨਲ ਸਰੈਂਡਰ। तेरी जी जी बिल्कुल बिल्कुल। असल में ज़ियार सुल अमीनी भाई असूल ही यही है ना आजकल के दौर का, कि जिसके पास परमाणु है वो मजे करे, बाकी जनाबे अली जो है ना वो काम करें बगैर तनहा के। असल में ये मगरब जो है ना कुफार, वो ये चाहते हैं कि ये बंदे पहले काम करते थे, ना कभी इन्होंने तनहा ली थी, ना पैसा, ना कुछ, ना खामोशी के साथ ये सर नीचे करके काम करते थे। अब ये जनाबे अली अपने हकूक मांगते हैं, यूनियन बनाते हैं, ये करते हैं, वो करते हैं, तो वो उनको बड़ी खटकती है। और देखे ना आप इधर अपने बाबा जी आए हुए हैं, अपने फील्ड मार्शल साहब, तो ये जो गद्दार है ना, ये जो है लूंडे लपाड़े जो है, कोई मोदी का है तो किसी कोई दूसरे का है, ये खामखा के बकवासात कर रही है। भाई अगर तुम्हें इतना है ना उस मुल्क से प्यार, तो जाओ ना उधर जाकर सबसे पहले अपने बच्चों को कहोगे तुमने सिपाही बनना है। उनको तो तुमने बड़ा नीचे करके रखा हुआ है, पीछे पीछे करके, तो जो खड़े हैं उनके खिलाफ बक बक करते हो पे शर्म तुमको मगर नहीं आती? जो भी है, आप पहली बात है कि जो बाहर रहते हैं इनका कोई हक ही नहीं बनता कि उस मुमलकत के बारे में बात करें, वहां के अफवाज के बारे में बात करें, अवाम के बारे में। तुम्हारा कोई हक ही नहीं बनता, जाओ दफा हो जाओ। अगलू ने तुमको निकाल दिया है मोर लगाकर तुम वादी दुबर के ऊपर, तो बाहर आकर तुम बकवासात करते हो। जहां पर रहते हो उनके खिलाफ बोलो ना, उनको बुरा भला करो ना, उनकी फौज को कहो ना, उनको जाकर कहो ना। ये क्या आपको इतना यानी कि वो बगैर मालकू के मिल गया है ये वतन, कि आप जो भी हो मुंह खोल के बकवास शुरू हो जाता है? नहीं, कभी भी नहीं, कभी भी नहीं। जो लोग भी बाहर है ना, अगर वफादारी करनी है तो मुल्क के साथ करें, नहीं तो हम किसी की बक बक नहीं सुनेंगे। फिर वही उसका हाल करेंगे जो मोदी का हुआ है। उसको प्याले बार बार का गाय का मूत्र हमने पिलाया है, तो इनका भी वही हाल करेंगे, क्योंकि ये मोदी के यार है। सीधी सी बात है जी, सीधी सी बात है। जो यानी कि वफादार नहीं है ना, इस मुल्क को गद्दारों की कोई जरूरत नहीं है। अगर ये इतने वफादार होते ना, उधर जाकर लड़ते, बाहर बैठकर जनाबे अली ये हो गया, वो हो गया, फलान दौर हो गया, फलान बाहर हो गया, और बाहर में जाए हमारी तरफ से। जी करें बात, बहुत शुक्रिया। खामोशी छा गई है। वही ना मैं कहूँ, खामोशी छा गई है। अमर साहब भी कुछ नहीं बोल रहे, हुसैनी साहब भी खामोश है मेरे प्यारे। सारे सो गए। नहीं 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 नहीं, नहीं सोना नहीं है, कुछ किसी ने जागना भी तो है ना। सारे सो जाए तो फिर क्या, फिर जो है ना वो मोर्चे खाली तो नहीं ना होते। मोर्चों में जो होता है वो तो जागता रहता है ना, बाकी सो जाते हैं। लब्बैक 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 या रसूल अल्लाह और ताजदार खत्म नबुव्वत जिंदाबाद जिंदाबाद जिंदाबाद। आप इनको कहे ना कि ये जरा नारा ही लगा दो, मर जाएंगे ये। इनकी जो है ना, और सच्ची पूछें तो ये दुश्मन ही है उलमाए कराम के। और जो बंदा कुरान करीम पढ़कर
کوئی بات کرے تو یہ اس کے دشمن بن جاتے ہیں. ملا جو ہے نا وہ ان کے ہر وقت ان کو بس ملا کا جو ہے نا ان کے پیٹ میں درد پڑا رہتا ہے, کیونکہ یہ سیکولر جو ہے نا یہ اس کے ماننے والے ہیں نا, داروین کی اولاد ہے یہ. پہلے باندر تھے, پھر بنمانس بنے, اور پھر یہ آج کل کے یہ بندے بن گئے, کبھی ایک درخت پر, کبھی دوسرے پر, کبھی تیسرے پر. تو ان کو کوئی ان کو لینا دینا ہی نہیں ہے, کسی چیز سے بھی نہیں لینا دینا. بس یہ جس کو اپنا خدا اور اپنا وہ کرشن کنیا مان بیٹھے ہیں نا, بس کہتے ہیں بس وہی جناب ہے, وہی ہمارا سب کچھ ہے, ہمارا کسی کے ساتھ کوئی لینا دینا نہیں ہے. لیکن ہاں جو بندہ اسلام کے خلاف بات کرے گا نا بھائی, وہ کہیں کا بھی ہو نا, ہمارا اس کے ساتھ بالکل ڈائریکٹ جو ہے نا وہ ہے. تو بات یہ ہے کہ بات وہ کرے کہ جو دوسروں کو جو ہے نا دوسرے برداشت کر سکے. ایسا نہ کام شروع کر دے کہ جناب علی 4 بندے اکٹھے کر لیے اور کھڑے ہو گیا, جناب علی نعرے لگانے شروع کر دیے, اور ادھر 2-3 پکوڑے بنا لیے, اور ادھر گالیاں لکھ کر نا کاغذوں پر بورڈ پر ادھر کھڑے ہو جاتے ہیں. آرمی کو گالیاں دے رہے ہیں, فلاں کو دے رہے ہیں, فلاں کو دے رہے ہیں. اور تم ہوتے کون ہو؟ اگر اتنے بہادر ہو تو ادھر جاؤ نا, جا کر راولپنڈی اسلام آباد میں جا کر کرو نا. ادھر اپنے جیٹ کیوں چلے جاؤ, ادھر جا کر تم اپنا یہ کرو, یہ پروٹیسٹ جو کر رہے ہو وہاں پر جاؤ نا. اگر تمہیں اتنا درد ہے کہ تمہارا کوئی اندر ہے یا باہر ہے نہ وہ حرامیوں والے کوئی کام کرتا, ظاہر ہے جزا سزا تو ہے کہیں بھی ہو. لیکن یہ بات کرنا کہ کسی یعنی کہ کسی محکمے کو آگے رکھ کر, کبھی بھی نہیں. باقی الحمدللہ اب حالات بڑے اچھے ہو گئے. یہ جو شاطمیت کرتے ہیں نا ادھر بیٹھ کر, زیادہ تر یہی لوگ ہوتے ہیں. دیکھیں ان کو, یہ کون ہے, یہ بالکل یہی ہے. وہ کیا نام ہے, قاسم سوری ہوا, وہ شہباز گل کے کیا نام ہے, یہ فیصلہ آباد, سارے یہ وہی لوگ ہیں, شاطمیت کرنے والے ہیں اور سیکولر ہیں سارے کے سارے. تو یہ پتہ نہیں وہاں پر کیا کرنا چاہتے ہیں, وہی وہ ساری رات جناب علی ویکینڈ منانا چاہتے ہیں. دیکھیں ہم مسلمان ہیں, جہاں کہیں بھی ہیں نا ہم مسلمان ہیں, ہم کام کرنے باہر جاتے ہیں بس. ہم نہ تو کبھی ہم کیا اس کو کہتے ہیں اپنے ویکینڈ پر گئے ہیں, نہ ہی کوئی ایسا بکواسات میں شامل ہوئے ہیں. تو یہ وہ لوگ ہیں کہ یہ چاہتے ہیں کہ ہم نا ویکینڈ منائیں, ساری رات گانا بجانا ہوتا رہے اور یہ ناچتے رہیں جناب علی, اور پھر وہ ٹچ دے دے, اسلامی ٹچ دے دے جناب علی. تو یہ بات جو ہے نا چلے, جب تک چلی تھی نا, اب وہ ختم ہو گئی ہے. اب اس غبارے سے ہوا نکل گئی ہے, وہ فلیٹ ہو گیا ہے, بات ختم ہو گئی ہے. آپ بھی بس آرام کریں, اور یہ خواب میں بھی نہ سوچنا کہ کوئی اس کی کاپی آئے گا وہاں پر. ہم نے اس سے پہلے بھی دیکھا ہے, وہ مرزئی قادیانی کافر جو چوڑا تھا ظفر اللہ, وہ بھی دیکھا ہے, اور وہ جو ناصر تھا وہ بھی دیکھا ہے, جنہوں نے پاکستان کو تباہ کیا, پاکستان کے ٹکڑے کیے. تو یہی لوگ تھے نا آپ کے, جن کے لیے جن کی تم کو تکلیف ہو رہی ہے. تو ان کا کوئی حق نہیں ہے کسی صورت میں بھی. جی کریں بات آپ میرے پیارے بھائی. عثمان رضوی بھائی آئے ہیں. عثمان بھائی جاگ رہے ہیں آپ بھی؟ السلام علیکم میر بھائی, ضیاء بھائی, تمام بھائی. وعلیکم السلام. 2 منٹ میں بس فری ہوا, میں پھر کرتا ہوں بات. ٹھیک ہے. یہ میر سلیم نے پھر وہی حرکت کی ہے جو اس کی رگ رگ میں شامل ہے, اور اس نے پھر دوبارہ وہی رسول اللہ صلی اللہ علیہ وسلم کی ذات پہ اٹیک کیا ہے اس کنجر کے بچے نے. دیکھیں نا, یہ سارے رشتی نہیں تھا, یہ سب اس کی اولاد ہے. پھر اس کے بعد ایک اور آ گئی ہے, یہ جو آسما سورنی ہے, جانتے ہوں گے آسما جنگیرنی سورنی, اس کی اولاد ہے. پھر یہ اور 2-3 ہیں, یہ آپ کے اس کے اوپر ایک عادل نجم ہے, وہ بھی کوئی پروفیسر ہے کہ کیا ہے. اور یہ لوگ ہیں نا, یہ سارے کے سارے جتنے ہیں نا, یہ اگر آپ ان کو تھوڑا سا کریں گے نا, وہ ڈگ کریں گے نا, یہ سارے کے سارے اس نالی سے آپ کو یہ کنجر خانے سے ملیں گے. یہ وہ جو چوڑا ٹرائب ہے نا, نیشن آف لال بیگی, اس کے یہ سارے کے سارے نمائندے ہیں جناب علی. اور کوئی کہاں پڑھ رہا ہے, کوئی کیا کر رہا ہے, لیکن اصل میں انہوں نے ہم کو بیوقوف بنایا ہوا ہے.
ایک کو آپ پکڑیں گے وہاں سے آپ کو سارے سب کے کنیکشن مل جائیں گے، یہ آپس میں سب ایک ہے. لیکن انہوں نے نا ہم کو اس چکر میں ڈالا ہوا ہے کہ جی ہم انگریزی لکھ سکتے ہیں، بول سکتے ہیں، ہم آرٹیکل لکھتے ہیں، ہم یہ لکھتے ہیں. وہ جا کر مرزا قادیانی کے اوپر آرٹیکل لکھو کہ وہ کس قسم کا چوڑا تھا اور وہ کتنا بڑا مرید تھا اپنے وہ جو اسپرچل لیڈر آف سویپر ہے مرزا امام الدین کا، تھا یا نہیں تھا؟ اس پر لکھو، اس کی تھوڑی سی ریسرچ کرو جو تمہارے اصل آباء و اجداد ہیں. مسلمانوں کو چھوڑ دو، ہم جو ہے نا ہم کافی ہیں اپنے دین کی بات کرنے کے لیے. تم اپنا چوڑے پن کا لکھو کہ تم کس قسم کے چوڑے ہو. تم برہمن نہیں بنے، ہاں برہمن سر ہوتا ہے جی، سر وہ برہمن. تم جوتا بھی نہیں بنے ہندوؤں کا، جو ہندوتا جو بھی ہے. تم جوتے کے نیچے جو چیز ہوتی ہے نا، خاک سار، خاک روب، بنگی، چوڑا، یہ جناب آستانے عالیہ آپ نے بنا لیے. یہ آپ کا عقیدہ ہے نا، یہ آپ کا بلیف ہے، یہ آپ کا مذہب ہے، یہی آپ پوجا کرتے ہیں. کس طرح یہ کرتے ہیں لال بیگی پوجا اپنی؟ وہ تصویریں رکھی ہوئی ہیں انہوں نے. یہ ایک رام کی ایک رامدہ جو ہے اس کی، ایک اپنی سیتا نچو باندری کی، اور ایک جو ہے نا راون. اب راون کون ہے؟ وہ جو کیم نورا ہے وہ راون ہے. سیتا کون ہے؟ نچو باندری ان کی اماں جو ہے وہ سیتا ہے. اور رام